ਪਿੱਛੇ ਕਾਫੀ ਰੌਲਾ ਪਿਆ ਰਿਹਾ। ਮੈਂ ਇਧਰ ਕੈਲੀਫੋਰਨੀਆ ਦੇ ਇਲਾਕੇ 'ਚ ਦੇਖਿਆ 2 ਸਾਲ ਪਹਿਲੇ, ਆਨ 78 ਜਾਨ 97 ਹੋਰ ਵੀ ਉੱਠ ਸੀ ਮਰਦ का चेहरा। बस 97 ਦੇ सब कुछ नष्ट हो जाएगा, सब कुछ खत्म हो जाएगा। 95 96 ਚ ਕੈਲੀਫੋਰਨੀਆ ਦੇ ਇਲਾਕੇ 'ਚ ਕੈਨੇਡਾ 'ਚ ਇਸ ਗੱਲ ਦਾ ਬੜਾ ਰੌਲਾ ਮੈਂ ਦੇਖ ਕੇ ਹੈਰਾਨ ਹੋਇਆ। ਮੈਨੂੰ ਮੱਥਾ ਮਾਰਨਾ ਪਿਆ ਹਰ ਜਾਂ ਤੇ। ਇਹ 97 ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਬਿਕਰਮੀ ਸੰਮਤ ਹੈ, ईसवीं ਸੰਮਤ ਨਹੀਂ ਹੈ। ईसवीं ਸੰਮਤ ਨਹੀਂ ਹੈ, ਉਹ ਤੇ ਹੋ ਗਿਆ। ਉਸ ਦਾ ਬਿਕਰਮੀ ਸੰਮਤ ਨਾਲ ईसवीं ਸੰਮਤ ਨਾਲ ਕੋਈ ਮਤਲਬ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਹਿੰਦੁਸਤਾਨ ਦੇ ਵਿੱਚ ਈਸਾ ਦਾ ਸੰਨ ਨਹੀਂ ਚੱਲਿਆ ਸੀ, ਬਿਕਰਮਾਜੀਤ ਦਾ ਚੱਲਦਾ ਸੀ। ਔਰ ਸਤਿਗੁਰੂ ਆਪਣੇ ਵਕਤ ਦਾ ਜ਼ਿਕਰ ਕਰਦੇ ਨੇ, ਉਹ ਸ਼ੇਰ ਸ਼ਾਹ ਸੂਰੀ ਦਾ, ਬਾਬਰ ਦਾ, ਉਹ ਤੇ ਹੋ ਗਿਆ। ਉਸ ਦਾ ਤੇ ਇਸ ਨਾਲ ਕੋਈ ਮਤਲਬ ਨਹੀਂ। ਪਰ ਕਰੀਬਨ ਵੈਨਕੂਵਰ ਦੀਆਂ ਸੰਗਤਾਂ, ਕੈਲੀਫੋਰਨੀਆ ਦੀ ਸੰਗਤਾਂ ਕਹਿਣ ਦੀ ਸੰਤ ਜੀ ਗਲਤ ਥੋੜੀ ਕਹਿੰਦੇ ਨੇ। ਸੰਤਾਂ ਦੀ ਇੱਕ ਵੀਡੀਓ ਟੇਪ ਘਰ ਦੇ ਚੱਲ ਰਹੀ ਸੀ। ਗੁਣੀ ਗਿਆਨੀਆਂ ਨੂੰ ਨਹੀਂ ਪਤਾ ਹੁੰਦਾ। ਤੇ ਜਦ 97 ਵੀ ਲੰਘ ਗਿਆ, 1-2 ਘਰਾਂ ਨੇ ਤੇ ਕੰਮਕਾਰ ਵੀ ਛੱਡ ਦਿੱਤਾ ਸੀ। ਕਹਿੰਦੇ ਸਭ ਕੁਝ ਤਬਾਹੀ ਹੋ ਜਾਣਾ, ਅਸੀਂ ਹੁਣ ਬੈਠ ਕੇ ਬਾਕੀ ਜ਼ਿੰਦਗੀ ਭਜਨ ਵਿੱਚ ਕਰਦੇ, ਸਭ ਕੁਝ ਤੇ ਖਤਮ ਹੋ ਜਾਣਾ। 1-2 ਨੇ ਨੌਕਰੀਆਂ ਵੀ ਛੱਡੀਆਂ ਸਨ, ਸਭ ਕੁਝ ਤੇ ਮਿਟ ਜਾਣਾ 97 ਚ। ਇੱਥੇ ਤੱਕ ਵਹਿਮ, ਭਾਵੇਂ ਮੈਂ ਖਪਦਾ ਰਹੇ ਬਿਕਮੀ ਸੰਮਤ ਹੈ, ईसवीं ਸੰਮਤ ਨਹੀਂ ਹੈ। ਉਹ ਕਹਿਣ ਜੀ ਨਹੀਂ ईसवीं ਸੰਮਤ ਹੈ। ਮੈਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਚੱਲਿਆ ਹੀ ਨਹੀਂ ਸੀ, ਉੱਥੇ ਇਹ ਹੈ ਹੀ ਨਹੀਂ ਸੀ। ਪਰ ਹੁਣ ਜਦ ਮੈਂ ਉਹ ਨਹੀਂ ਸੱਜਣਾ ਤੋਂ ਪੁੱਛਿਆ, ਤੁਸੀਂ ਵੀ ਮੌਜੂਦ ਹੈ, ਧਰਤੀ ਵੀ ਮੌਜੂਦ ਹੈ, ਆਸਮਾਨ ਵੀ ਮੌਜੂਦ ਹੈ। ਕਹਿੰਦਾ ਨਹੀਂ ਜੀ, ਉਹ ਸੰਤਾਂ ਨੇ ਅਰਦਾਸ ਕੀਤੀ ਸੀ, ਤਪੱਸਿਆ ਕੀਤੀ ਸੀ, ਉਹ ਇਸ ਕਾਰਨ ਕਰਕੇ ਘਟਨਾ ਮੁੜ ਗਈ ਹੈ। ਲੋਕ ਇਸ ਤਰ੍ਹਾਂ ਬਹਾਨੇ ਲੱਭ ਲੈਂਦੇ ਨੇ। ਧਾਰਮਿਕ ਅਣਜਾਣਪਣੇ ਦੀ ਵੀ ਇੰਤਹਾ ਹੈ। ਭਰਤਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ ਮੌਜੂਦ ਸੀ। ਗੋਰਖ ਤੋਂ ਇਸਨੇ ਸਿਰਫ ਆਪਣੀ ਉਮਰ ਲੰਬੀ ਕਰਨ ਦਾ ਢੰਗ ਹੀ ਸਿੱਖ ਲਿਆ ਸੀ। ਪ੍ਰਾਣਾਯਾਮ ਦੀ ਸਾਧਨਾ, ਸਵਾਸਾਂ ਨੂੰ ਰੋਕ ਲਓ, ਜੀਵਨ ਨੂੰ ਖਰਚ ਨਹੀਂ ਕਰਨਾ। ਗੁਰੂ ਨਾਨਕ ਦੇ ਵਕਤ ਮੌਜੂਦ ਸੀ। ਔਰ ਜਦ ਪ੍ਰਾਣਾਯਾਮ ਦੀ ਸਾਧਨਾ ਦੇ ਵਿੱਚ ਸਫਲ ਹੋਇਆ, ਸਾਲਾਂ ਬੱਧੀ ਬੈਠਾ ਰਹਿੰਦਾ ਸੀ ਉਸ ਤਰ੍ਹਾਂ ਹੀ ਸਾਧਨਾ ਵਿੱਚ। ਸਿਆਣਾ ਸੀ, ਸੂਝਵਾਨ ਸੀ, ਸੋਚਿਆ ਕਿਆ ਜੀਵਨ ਨੂੰ ਲੰਬਾ ਕਰਨਾ ਹੀ ਜੀਵਨ ਦਾ ਮਨੋਰਥ ਹੈ? ਕਿਆ ਜ਼ਿੰਦਗੀ ਨੂੰ, ਜੀਵਨ ਨੂੰ ਲੰਬਾ ਕਰਨਾ, ਬਹੁਤ ਜੀ ਲੈਣਾ ਹੀ ਕਿਆ ਜੀਵਨ ਦਾ ਮਨੋਰਥ ਹੈ? ਇਹ ਖਿਆਲ, ਇਹ ਸਵਾਲ ਭਰਤਰੀ ਦੇ ਦਿਲ ਦਿਮਾਗ ਦੇ ਉੱਤੇ ਬੋਝ ਬਣ ਕੇ ਰਿਹਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਗੋਸ਼ਟੀ ਹੋਈ ਹੈ। ਫਿਰ ਧੰਨ ਗੁਰੂ ਨਾਨਕ ਨੇ 3 ਸ਼ਬਦ ਭਰਤਰੀ ਦੇ ਪ੍ਰਤੀ ਉਚਾਰਨ ਕੀਤੇ ਨੇ ਆਸਾ ਰਾਗ ਦੇ। ਸਿਰਫ ਟੂਕ ਮਾਤਰ ਇਹਨਾਂ 3 ਸ਼ਬਦਾਂ ਦੇ ਪੰਕਤੀਆਂ ਮੈਂ ਤੁਹਾਡੇ ਸਾਹਮਣੇ ਰੱਖਾਂ। ਭਰਤਰੀ ਉਸ ਵਕਤ ਕਾਫੀ ਲੰਬੀ ਉਮਰ ਦਾ ਸੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਕਤ। ਸਿਫਤੀ ਰਤਾ ਸਦ ਬੈਰਾਗੀ ਜੂਏ ਜਨਮ ਨਹਾਰੇ, ਕਹਿ ਨਾਨਕ ਸੁਣ ਭਰਤਰ ਜੋਗੀ ਖੀਵਾ ਅੰਮ੍ਰਿਤ ਧਾਰੇ। दूसरा, जल ते उपजे जल ते दूर, जल में जोत रहा भरपूर, सुन भरतर। मुखातब कर रहे हैं गुरु नानक, सुन भरतर नानक कहे विचार, निर्मल नाम मेरा आधार। तीसरा शब्द, सगली जोत हमारी समया नाना वरण अनेकं, कह नानक सुन भरतर जोगी पार ब्रह्म लिव एकं। हैरानगी हुई, इक्को ही योगी दे प्रति, इक्को ही सिद्ध दे प्रति 3 शब्द
ਹਾਲਾਂਕਿ ਸਿੱਧ ਗੋਸ਼ ਦੇ ਚਰਪਟਨਾਥ ਨੂੰ, ਲਾਹੌਰੀ ਪਾਨਾਥ ਨੂੰ ਸਤਿਗੁਰ ਮੁਖਾਤਬ ਕਰਦੇ ਨੇ, ਪਰ ਭਰਤਰੀ ਨੂੰ ਇਸ ਢੰਗ ਨਾਲ ਸਮਝਾਇਆ। ਭਰਤਰੀ ਨਾਲ ਗੁਰੂ ਨਾਨਕ ਦੀ ਹਮਦਰਦੀ। ਪਤਾ ਕਿਉਂ? ਭਰਤਰੀ ਨੇ ਆਪਣੀ ਕਮਜ਼ੋਰੀ ਕਬੂਲ ਕਰ ਲਈ ਗੁਰੂ ਨਾਨਕ ਦੇ ਅੱਗੋਂ। ਕਹੇ ਜੀਵਨ ਮੈਂ ਅਜਾਈ ਗਵਾਇਆ, ਜੀਵਨ ਮੈਂ ਸਿਰਫ ਜੀਵਨ ਲਈ ਗਵਾਇਆ, ਜੀਵਨ ਪਰਮ ਜੀਵਨ ਦੀ ਪ੍ਰਾਪਤੀ ਲਈ ਨਹੀਂ। ਇਹੀ ਜੀਵਨ ਜੀਣ ਲਈ ਮੈਂ ਜੀਵਨ ਗਵਾਇਆ ਹੈ। ਔਰ ਗਜ਼ਬ ਦੀ ਗੱਲ ਜੋ ਉਸ ਦਾ ਗ੍ਰੰਥ ਹੈ ਵੈਰਾਗ ਸ਼ਤਕ, ਉਸ ਦੇ ਚ ਇਸ ਦਾ ਇਹ ਛੰਦ ਵੀ ਮੌਜੂਦ ਹੈ, ਜਿਸ ਦੇ ਚ ਕਬੂਲ ਕਰਦਾ ਹੈ, ਭਾਵੇਂ ਉਮਰ ਮੇਰੀ ਲੰਬੀ ਹੋ ਗਈ, ਮੈਂ ਸਿੱਧ ਹੋ ਗਿਆ, ਪ੍ਰਾਣਾਯਮ ਦੀ ਸਾਧਨਾ ਦੇ ਸਫਲ ਹੋ ਗਿਆ, ਲੇਕਿਨ ਜੀਵਨ ਉਹੀ ਹੈ, ਵਾਸ਼ਨਾ ਉਹੀ ਹੈ, ਲੋਭ ਉਹੀ ਹੈ, ਕਾਮਨਾ ਉਹੀ ਹੈ, ਮੇਰੇ ਜੀਵਨ ਦੇ ਚ ਕੋਈ ਤਬਦੀਲੀ ਨਹੀਂ ਹੈ, ਜੀਵਨ ਦਾ ਢੰਗ ਉਹੀ ਹੈ। ਉਸ ਦਾ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਾਂ। ਕਹਿੰਦਾ ਜਾਚ ਜਾਚ ਕੇ ਆਹਾਰ, ਨਾਹੇ ਸੋ ਪੈ ਸਵਾਦ ਵਾਰ, ਲਾਭ ਹੋਤ ਏਕ ਵਾਰ, ਭੂਖ ਤਾਪ ਕੋ ਆਵਾਰ। ਜਦ ਮੈਂ ਸਵਾਸਾਂ ਨੂੰ ਸਰੀਰ ਦੇ ਚਲਾਨਾ, ਪ੍ਰਾਣਾਯਮ ਦੀ ਸਾਧਨਾ ਤੋਂ ਮੁਕਤ ਹੋਣਾ, ਤਾਂ ਸਰੀਰ ਦੇ ਚ ਫਿਰ ਭੁੱਖ ਵੀ ਪੈਦਾ ਹੁੰਦੀ ਹੈ। ਸਰੀਰ ਮੰਗਦਾ, ਫਿਰ ਪ੍ਰਾਣਾ ਦੀ ਹਰਕਤ ਨਾਲ ਸਭ ਕੁਝ ਹਰਕਤ ਹੋ ਜਾਂਦੀ ਹੈ। ਫਿਰ ਗੋਰਖ ਦੇ ਦੱਸੇ ਹੋਏ ਮਤ ਦੇ ਮੁਤਾਬਕ ਸਾਨੂੰ ਭਿਕਸ਼ਾ ਮੰਗਣੀ ਪੈਂਦੀ ਹੈ, ਤੇ ਭਿਕਸ਼ਾ ਮੰਗ ਕੇ ਲਿਆਂਦੇ ਆ। ਜਾਚ ਜਾਚ ਕੇ ਆਹਾਰ, ਨਾਹੇ ਸੋ ਪੈ ਸਵਾਦਵਾਰ। ਲੋਕੀ ਬਚਾ ਕੁਚਾ ਮੇਰੀ ਝੋਲੀ ਚ ਪਾ ਦਿੰਦੇ ਨੇ, ਆਪਣੇ ਘਰ ਦਾ, ਜੋ ਉਹਨਾਂ ਨੇ ਖੁਦ ਨਹੀਂ ਖਾਣਾ ਹੁੰਦਾ, ਉਹ ਮੇਰੀ ਝੋਲੀ ਚ ਪਾ ਦਿੰਦੇ ਨੇ। ਉਹ ਕੁਝ ਸਵਾਦੀ ਨਹੀਂ ਆਉਂਦਾ। ਭਰਤਰੀ ਕਹਿੰਦੇ ਨੇ ਜਾਚ ਜਾਚ ਕੇ ਆਹਾਰ, ਨਾਹੇ ਸੋ ਪੈ ਸਵਾਦਵਾਰ, ਲਾਭ ਹੋਤ ਏਕ ਵਾਰ, ਭੂਖ ਤਾਪ ਕੋ ਆਵਾਰ। ਦਿਨ ਰਾਤ ਦੇ ਚ 8 ਪਹਿਰਾਂ ਦੇ ਚ ਭਾਵ 24 ਘੰਟਿਆਂ ਚ ਮੈਂ ਖਾਂਦਾ ਵੀ ਇੱਕ ਟਾਈਮ ਆ, ਕਿਉਂਕਿ ਗੋਰਖ ਨੇ ਇਹੀ ਆਖਿਆ ਇੱਕ ਵਕਤ ਖਾਣਾ ਹੈ, ਰਾਤ ਨੂੰ ਨਹੀਂ ਖਾਣਾ। ਸਾਰੀ ਰਾਤ ਬੈਠ ਕੇ ਸਾਧਨਾ ਕਰਨੀ ਹੈ। ਤੂੰ ਕਹਿੰਦਾ ਖਾਂਦਾ ਵੀ ਮੈਂ ਇੱਕ ਟਾਣਾ। ਜਦ ਭੁੱਖ ਦਾ ਤਾਪ ਮੈਨੂੰ ਜ਼ੋਰ ਨਾਲ ਤੰਗ ਕਰਦਾ, ਤਾਂ ਮੈਂ ਘਰ ਘਰ ਦੇ ਚੋਂ ਭਿਕਸ਼ਾ ਮੰਗ ਕੇ ਲਿਆਵਾਂ ਔਰ ਇੱਕ ਟਾਈਮ ਖਾਣਾ। ਗੋਰਖ ਦੀ ਦਸੀ ਹੋਈ ਸਾਧਨਾ ਦੇ ਮੁਤਾਬਕ ਮੈਂ ਆਪਣੀ ਜ਼ਿੰਦਗੀ ਇਸ ਤਰ੍ਹਾਂ ਬਤੀਤ ਕਰਦਾ। ਦੂਸਰੀ ਪੰਕਤੀ ਚ ਕਹਿੰਦਾ ਹੈ ਭੂਮ ਸੈਨ ਪੇ ਬਨੋ, ਨਾ ਸਾਕ ਸੈਨ ਕੋ ਗਿਨੋ, ਸਰੀਰ ਮਾਤਰ ਪੋਖਨੋ, ਨਾ ਜੋਬਨੋ ਸੁਪੇਦਵਾਰ। ਜੇ ਨੀਂਦ ਆਉਂਦੀ ਹੈ ਤਾਂ ਗੋਰਖ ਦੇ ਦਸੇ ਮੁਤਾਬਕ ਭੁੰਜੇ ਤੇ ਸੋ ਰਹਿਣਾ, ਨੰਗੀ ਜ਼ਮੀਨ ਤੇ, ਨਾ ਥੱਲੇ ਕੁਛ ਵਿਛਾਣ ਨੂੰ, ਨਾ ਉੱਪਰ ਕੁਛ ਲੈਣ ਨੂੰ। ਇਸ ਤਰ੍ਹਾਂ ਮੈਂ ਸੋਨਾ। ਨਾ ਸਾਕ ਸੈਨ ਕੋ ਗਿਨੋ। ਗੋਰਖ ਨੇ ਕਿਹਾ ਸਾਕ ਸੰਬੰਧੀਆਂ ਨੂੰ ਕਦੀ ਯਾਦ ਵੀ ਨਹੀਂ ਕਰਨਾ, ਆਪਣੇ ਬੱਚਿਆਂ ਨੂੰ, ਪਤਨੀ ਨੂੰ, ਮਾਂ-ਬਾਪ ਨੂੰ, ਭਰਾ ਨੂੰ, ਭੈਣਾਂ ਨੂੰ ਭੁੱਲ ਕੇ ਕਦੀ ਯਾਦ ਵੀ ਨਹੀਂ ਕਰਨਾ। ਆਪਣੀ ਚਿਤਨੀ ਦੇ ਚ ਨਹੀਂ ਲਿਆਣਾ, ਆਪਣੀ ਸੋਚ ਦੇ ਚ ਨਹੀਂ ਲਿਆਣਾ, ਆਪਣੀ ਯਾਦ ਦੇ ਚ ਨਹੀਂ ਲਿਆਣਾ ਸਾਕ ਸੰਬੰਧੀਆਂ ਨੂੰ। ਭੂਮ ਸੈਨ ਪੇ ਬਨੋ, ਨਾ ਸਾਕ ਸੈਨ ਕੋ ਗਿਨੋ, ਸਰੀਰ ਮਾਤਰ ਪੋਖਨੋ, ਨਾ ਜੋਬਨੋ ਸੁਪੇਦਵਾਰ। ਇਹ ਸਾਰੀ ਸਾਧਨਾ ਕਰਦਿਆਂ ਮੇਰੀ ਜਵਾਨੀ ਢਲ ਗਈ। ਕੇਸ ਚਿੱਟੇ ਹੋ ਗਏ ਨੇ, ਭਾਵੇਂ ਉਮਰ ਮੈਂ ਲੰਬੀ ਕਰ ਲਈ, ਭਾਵੇਂ ਪ੍ਰਾਣਾਯਮ ਦੀ ਸਾਧਨਾ ਵਿੱਚ ਮੈਂ ਸਫਲ ਹੋਇਆ। ਤੀਸਰੀ ਪੰਕਤੀ ਚ ਕਹਿੰਦਾ ਖੀਨ ਚੀਰ ਗੋਦਰੀ, ਅਨੇਕ ਲੀਰ ਸੌ ਕਰੀ, ਕਰੀ ਉਜਾਰ ਝੌਂ ਪਰੀ, ਅਧੈਨ ਗ੍ਰੰਥ ਵਾਰ ਵਾਰ।
गोरख ने कहा एक रंग का कपड़ा नहीं पहनना, तो तरह तरह के कपड़िया दियां टाकियां लैके लीरां लैके मैं उहदी गोदड़ी बनाई पहनी हुई है। भरतरी राजा सी, बहुत वड्डा अपने समय का दानी सी। कहंदे लीरां इकट्ठियां करके मंग मंग के उन्होंने अपने हथी सी के गोदड़ी बनाई है, वो पाई है। खीन चीर गोदरी अनेक लीर सौ करी, करी उजार झोंपरी अधैन ग्रंथ वार वार। बिल्कुल बयाबान जंगल दे चपनी झोगी बनाई है। गोरख ने कहा उत्थे रह जिथे मनुखां दा लांगा ही ना होवे, कदी तैनू कोई मनुख दिखाई ना दे, किधरे फिर तैनू संसार याद ना आ जाए। मनुख नूं देख के किधरे मनुखां दा सारा जगत तैनू चेते ना आ जाए, तेरा पिछोकड़ हंकार फुट ना पवे। तो कहंदा बिल्कुल बयाबान जंगल दे झुग्गी बनाई है। खीन चीर गोदरी अनेक लीर सौ करी, करी उजार झोंपरी अधैन ग्रंथ वार वार। पढ़े हुए ग्रंथां नूं मुड़ मुड़ के पढ़दा रहना, मुड़ मुड़ के मंत्रां नूं जपदा रहना और मुड़ मुड़ के ग्रंथां नूं पढ़दा रहना। मंत्र जपदियां जपदियां थक जावां, ग्रंथ पढ़दा, ग्रंथां नूं पढ़दियां पढ़दियां थक जावां, मंत्र जपदा। इस तरह मैं अपना जीवन पास करदा। क्या इस नाल आत्म सिद्धि की प्राप्ति हो गई, जीवन सफल हो गया? आखिरी पंक्ति च कहंदा हाय हाय भोग चहे, नाहे मोह तजे अजे, मोर चित बैल के सवार बैल को सवार। योगियां दा इष्ट महादेव है, शिव जी है। भरतरी कहंदे ने साडा इष्ट बैल दी असवारी करदा है, बैल नूं काबू रख के चलदा है, पर मेरे मन रूपी बैल ने ते मैनू पछाड़ के परे मारिया है। ओही लालसा है, ओही वासना है जो मैं घर तो निकलिया सी सैकड़े साल पहले, ओही तृष्णा है, ओही कुछ है। सिर्फ एको ही गल है, उम्र लंबी हो गई है। श्वासां नूं रोक के अंदर दी दुनिया च कोई तब्दीली नहीं है, कोई पलटा नहीं है। यही कारण है दर्दी दाता धन गुरु नानक देव जी महाराज ने ना सिद्धां ते बड़ा तरस खादा सी। उचेचा सुमेर पर्वत ते गए। इन्हां जोगियां कोल जाण दा होर कोई मतलब नहीं सी, भी घर बार भी इन्हां ने छड्डिया, संसार भी छड्डिया, साधना भी की थी, ते जीवन दा मनोरथ की रखिया, उम्र लंबी कर लो बस, श्वासां नूं रोक लो, ये तो कुछ भी ना होया। इन्हां ही जोगियां दे इसे ही सिद्धांतिक नुकते नूं मुख रख के मेरे पातशाह ने पौड़ी उचारण की है। ते आप दी ज्ञात लई फिर अर्ज करा, जपजी साहब बहुता सिद्धां दे सामने उचारण होया, सिद्धां नूं समझाया गया। और एक गुरु नानक देव जी महाराज दे मूल बचन ने, अमृतमयी बचन ने, जिस विच जीवन दा, भगती दा, परमात्मा दा सारा सार तत्त आ जाता है। जपजी साहब दी समझ पै गई तो सब कुछ दी समझ पै गई, कुछ होर समझण दी लोड़ भी नहीं, होर किसे कोल पुछण दी लोड़ भी नहीं। धन गुरु अंगद देव जी महाराज ते कहंदे ने, तिन को क्या उपदेसी है जिन गुरु नानक देव। जिन्हां दा गुरु गुरु नानक है, उन्होंने होर उपदेश की लोड़ की है। कुछ छुपाया नहीं, गुरु नानक ने सब कुछ प्रगट करके रख दिता है, सब कुछ सामने रख दिता है। तो 7वीं पौड़ी दे च मेरे पातशाह कहंदे ने, जे जुग चारे आरजा। जे किधरे मनुख दी उम्र 4 युगां वर्गी हो जाए। मैं शायद कल परसों थोड़े सामने विचारां रखियां सन भी धर्म ग्रंथां दे च एक एक युग दी उम्र लखां साल दी लिखी हुई है।
सिर्फ इस कलयुग की उम्र ही 84,000 साल और किधरे किधरे इस तो भी ज्यादा। तो 4 युगां की तो फिर बहुत वड्डी बन जाती, क्योंकि कलयुग तो दुगनी तिगनी उम्र सतयुग की बनते हैं। फिर त्रेता है, द्वापर है, फिर कलयुग है। ये लखां साल की उम्र बनती है। साडे कोल जिहड़ा इतिहास मौजूद है धार्मिक भारत दे 5,000 साल तो पुराना नहीं है। वाल्मीकि रामायण या वेद उपनिषदां ये आदि ग्रंथ ने, इस तो पहले कोई लिखता नहीं सन। भोजपत्रां दे ते लिखियां हुईयां ये लिखतां अज भी लखनऊ ते दिल्ली म्यूजियम विच मौजूद ने। भोजपत्र भोजपत्र बद्रीनाथ दे इलाके च हुंदा एक दरख्त छोटा जिहा, उन्होंने चौड़े चौड़े पत्ते लगते हैं। उन्हां तो ही कागज का काम लेंदे सन और कागज नालों भोजपत्रां की उम्र बहुत ज्यादा है, बहुत ज्यादा है। हजारां साल दे पए ने और अज भी हाथ नाल चुकीए ते अखर पढ़ सकते हैं, वो टुटते नहीं। जबकि कागज है करतारपुर साहब की बीड़ जो गुरु अर्जन देव जी महाराज ने लिखवाई सी ते भाई गुरदास जी ने लिखी सी, अजकल हुण उसका प्रकाश नहीं करते। पहले करते होंदे सन संगरांद वाले दिन, पूर्णमाशी वाले दिन, हुण नहीं करते। पत्रे जड़ते हैं, इतनी बिरद हो गई है, पत्रे जड़ते हैं। इंज प्रकाश करिए तो पत्रे बुरदे हैं। उम्र हो गई, काफी समा हो गया। 450 साल का समा बहुत ज्यादा होता है और कागज पुराना हो गया, बिरद हो गया, पत्रे झड़ते हैं। और ये चोला है, चोला पुराना हो सकता है, हो गया है। अखरां दे जिहड़ा ज्ञान है वो कदी पुराना नहीं आउंदा, नित नवा आउंदा है। ये पत्रे सतगुरु दा चोला ने, इस तरह जिवें रुमाले, इस तरह जिवें पालकी दा बनाना। पुरानी हो सकती है पालकी, पुराने हो सकते हैं रुमाले, पुराने हो सकते हैं पत्रे। वो अखर जिन्हां दे च रब्बी ज्ञान है, सारा संसार पुराना हो सकता है, वो तो नित नवा है। वो ज्ञान नित नवा है, वही शब्द गुरु है। उसे ने गुरु ज्योति आख्या गया। वो ज्योति कदी पुरानी नहीं आती। तो मैं अर्ज करा 5,000 साल तो पुराना इतिहास नहीं है, ते 5,000 साल दे घट तो घट 3 युगां दे ते अवतार विच ही आ जाते हैं। राम, श्री कृष्ण ते गुरु नानक, इन्ना ही 5,000 सालां च आ जाते हैं। ये मेरी विचार कईयां नाल होई। जदों कहंदे ने 2 लाख साल की उम्र त्रेते दी, 1,60,000 साल की उम्र द्वापर दी, 84,000 साल की उम्र कलयुग दी। तो मैं कहा तुसीं एक पासे कहंदे हो 3,500 साल होए ने श्री कृष्ण नूं होया, ते राजे जनमेजे दे नाल कलयुग शुरू हो गया। यानी कोई 2000 तो उच्चा, यानी 2600 साल पहले राजा जनमेजा सी। महात्मा बुद्ध तो 100-150 साल पहले राजा जनमेजा है सी। उस नाल कलयुग शुरू होया और कृष्ण नूं होए 3,500 साल, ते 5,000 साल हो गए श्री राम नूं। ये तो फिर पीरियड कोई बहुत लंबा तो नहीं बनता। कृष्ण ते राम दे विचकार कोई बहुत वड्डा गैप तो नहीं है, ये थोड़ा है। ते राम ते गुरु नानक देव जी महाराज दे विचकार कोई लखां साल का गैप तो नहीं है। ये तो 5,000 साल च 3 युग लंघ गए। चलो लखां साल दी भी मन लईए। महाराज कहते ने ऐ सिद्धो जे जुग चारे आरजा, उम्र कोई इतनी लंबी कर ले 4 युगां वर्गी। और मनुख दी यही लालसा, किसी कीमत ते नहीं मरना चाहता। रोगी है, बीमार है, रोम रोम पीड़ा दे च है,
ਜੀਵਨ ਬੋਝ ਹੈ ਤਾਂ ਵੀ ਜੀਵਣਾ ਚਾਹੁੰਦਾ ਹੈ। ਹਰ ਹਾਲਤ ਵਿੱਚ ਮਨੁੱਖ ਜੀਵਣਾ ਚਾਹੁੰਦਾ ਹੈ। ਜੀਵਨ ਦੀ ਇਹ ਪ੍ਰਬਲ ਲਾਲਸਾ, ਇਸ ਗੱਲ ਦਾ ਸਬੂਤ ਹੈ ਪਰਮ ਜੀਵਨ ਨਹੀਂ ਮਿਲਿਆ। ਇਸ ਜੀਵਨ ਤੋਂ ਕੋਈ ਉੱਚੀ ਚੀਜ਼ ਨਹੀਂ ਮਿਲੀ, ਉੱਚੀ ਜ਼ਿੰਦਗੀ ਨਹੀਂ ਮਿਲੀ। ਔਰ ਜਿਤਨੇ ਚਿਰ ਤੱਕ ਉਹ ਪਰਮ ਜੀਵਨ ਨਹੀਂ ਮਿਲੇਗਾ, ਇਸ ਜੀਵਨ ਦੀ ਲਾਲਸਾ ਬਣੀ ਰਹੇਗੀ, ਬਣੀ ਰਹੇਗੀ। और जब कोई खिड़े मथे मौत तस्लीम करे तो फिर समझ लेना इसनों परम जीवन मिल गया है। जैसे कि कबीर कहते हैं, जिस मरने ते जग डरे मेरे मन आनंद, मरने ही ते पाइए पूर्ण परमानंद।